ਜਦੋਂ ਅਸੀਂ ਸ਼ੁਰੂ ਕੀਤਾ ਕਾਫੀ ਲੋਕ ਸਾਡਾ ਮਜ਼ਾਕ ਉਡਾਉਂਦੇ ਸੀ, ਕਾਫੀ ਲੋਕ ਸਾਨੂੰ ਪਾਗਲ ਕਹਿੰਦੇ ਸੀ, ਕਾਫੀ ਲੋਕ ਸਾਨੂੰ ਇਹ ਕਹਿੰਦੇ ਸੀ ਕਿ ਇਹ 4 ਦਿਨ ਦਾ ਸ਼ੌਂਕ ਹੈ ਜਾਂ ਇਹ ਕਾਲਜ ਪ੍ਰੋਜੈਕਟ ਹੀ ਲੈ ਕੇ ਚੱਲੇ ਹੋਏ ਨੇ। ਇੱਕ 6 ਬਾਈ 12 ਫੁੱਟ ਦੇ ਕਮਰੇ ਵਿੱਚ ਆਪਾਂ 4 ਲੋਕ ਰਹਿੰਦੇ ਸੀ, ਜਿੱਥੇ ਨਾ ਕੰਬਲ ਨਾ ਬਿਸਤਰਾ ਨਾ ਕੁਝ, ਭਾਵੇਂ ਠੰਡ ਹੋਵੇ ਭਾਵੇਂ ਗਰਮੀ ਹੋਵੇ ਜੋ ਵੀ ਹੋਵੇ, ਅਸੀਂ ਬਸ ਰਹਿ ਰਹੇ ਸੀ ਕਿਸੇ ਤਰੀਕੇ। ਬਸ ਦਿਮਾਗ 'ਚ ਇੱਕੋ ਹੀ ਗੱਲ ਸੀ ਕਿ ਇਹ ਕੰਪਨੀ ਚੱਲਦੀ ਰਹਿਣੀ ਚਾਹੀਦੀ ਹੈ। ਜਦੋਂ ਉਹਨਾਂ ਨੇ ਆਰਡਰ ਰਿਜੈਕਟ ਕੀਤਾ, ਉਸ ਟਾਈਮ ਦਾ ਜੋ ਹਾਲਾਤ ਸੀ ਨਾ, ਉਹ ਮੈਂ ਦੱਸ ਨਹੀਂ ਸਕਦਾ ਕਿ ਕਿਹੋ ਜਿਹਾ ਫੀਲ ਕਰ ਰਹੇ ਸੀ ਅਸੀਂ। ਉੱਪਰੋਂ ਦੀ ਨੀਚੇ ਸਾਡੇ ਚਿਹਰੇ ਸਫੇਦ, ਅਸੀਂ ਬਿਲਕੁਲ ਕੰਬ ਰਹੇ ਹਾਂ। ਸਾਨੂੰ ਸਮਝ ਨਹੀਂ ਆ ਰਿਹਾ ਅਸੀਂ ਕੀ ਕਰੀਏ ਕਿ ਆਪਾਂ ਬਿਜ਼ਨਸ ਕਰ ਰਹੇ ਹਾਂ, ਪ੍ਰੋਬਲਮਸ ਤਾਂ ਸਾਰਿਆਂ ਨੂੰ ਹੀ ਆਣੀ ਹੈ, ਹੋਰ ਹੋ ਸਕਦਾ ਆਉਣ ਵਾਲੇ ਟਾਈਮ 'ਚ ਇਸ ਤੋਂ ਵੱਡੀ ਪ੍ਰੋਬਲਮ ਵੀ ਆਏਗੀ। ਲੇਕਿਨ ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਲਿਤੇਸ਼ ਗੁੰਬਰ ਹੈ। ਮੈਂ ਕੋਟਬੀ ਅਪੈਰਲਸ ਪ੍ਰਾਈਵੇਟ ਲਿਮਿਟਿਡ ਦਾ ਡਾਇਰੈਕਟਰ ਹਾਂ। ਦੋਸਤੋ, ਜਿੱਦਾਂ ਹਰ ਬੱਚੇ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਹ ਵੱਡਾ ਹੋ ਕੇ ਵਧੀਆ ਕਾਲਜ 'ਚ ਜਾਏ, ਉੱਥੇ ਅੱਛੀ ਕੁਆਲਿਟੀ ਐਜੂਕੇਸ਼ਨ ਲਵੇ ਤੇ ਉਸ ਐਜੂਕੇਸ਼ਨ ਨੂੰ ਯੂਜ਼ ਕਰਦੇ ਹੋਏ ਉਹ ਆਪਣੀ ਫੈਮਿਲੀ ਤੇ ਆਪਣੇ ਦੇਸ਼ ਲਈ ਕੁਝ ਕਰੇ। ਉਸੇ ਤਰ੍ਹਾਂ ਮੈਂ ਵੀ ਉਸੇ ਸੁਪਨੇ ਨੂੰ ਪੂਰਾ ਕਰਦੇ ਹੋਏ ਆਪਣੇ ਐਗਜ਼ਾਮਸ ਕਲੀਅਰ ਕਰਕੇ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਐਡਮਿਸ਼ਨ ਲਈ। ਜਦੋਂ ਮੈਂ ਕਾਲਜ ਆ ਕੇ ਦੇਖਿਆ ਤੇ ਉੱਥੇ ਦੇਖਿਆ ਕਿ ਹਰ ਬੰਦਾ ਸਿਰਫ ਔਰ ਸਿਰਫ ਨੌਕਰੀ ਲਈ ਕਤਾਰ 'ਚ ਲੱਗਿਆ ਹੋਇਆ। ਕੋਈ ਕੁਝ ਨਹੀਂ ਸਿੱਖਣਾ ਚਾਹੁੰਦਾ ਸੀ, ਸਿਰਫ ਔਰ ਸਿਰਫ ਨੌਕਰੀ ਲਈ ਭੱਜ ਰਿਹਾ। ਲੋਕ ਆਪਣੀ ਸਕਸੈਸ ਸਿਰਫ ਔਰ ਸਿਰਫ ਨੌਕਰੀ ਲਈ ਕਿ ਕਿੰਨੇ ਦਾ ਪੈਕੇਜ ਲੱਗਿਆ, ਸਿਰਫ ਉਹਦੇ ਨਾਲ ਨਾਪ ਰਹੇ ਸੀ, ਨਾ ਕਿ ਬੰਦੇ ਨੂੰ ਕੀ ਆਂਦਾ ਹੈ ਕੀ ਨਹੀਂ ਆਂਦਾ। ਇਹ ਚੀਜ਼ ਮੇਰੇ ਤੋਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਈ। ਮੈਂ ਉਸ ਦਿਨ ਮੈਂ ਹੋਰ ਮੇਰੇ ਦੋਸਤ ਬੰਦੁਲ ਨੇ ਅਸੀਂ ਡਿਸਾਈਡ ਕੀਤਾ ਕਿ ਕਿਉਂ ਨਾ ਅਸੀਂ ਆਪਣਾ ਇੱਕ ਬਿਜ਼ਨਸ ਸਟਾਰਟ ਕਰੀਏ। ਸਾਡਾ ਹਮੇਸ਼ਾ ਤੋਂ ਹੀ, ਕਿਉਂਕਿ ਅਸੀਂ ਲੁਧਿਆਣੇ ਤੋਂ ਸੀ, ਸਾਡਾ ਹਮੇਸ਼ਾ ਥੋੜਾ ਜਿਹਾ ਰੁਝਾਨ ਬਿਜ਼ਨਸ ਵੱਲ ਰਿਹਾ ਕਿ ਅਸੀਂ ਬਿਜ਼ਨਸ ਵੀ ਕਰ ਸਕਦੇ ਹਾਂ। ਲੇਕਿਨ ਤੁਹਾਨੂੰ ਕੀ ਲੱਗਦਾ ਕਿ ਇਹ ਕੰਮ ਇੰਨਾ ਸੌਖਾ ਸੀ ਜਾਂ ਇਹ ਇਹੋ ਜਿਹਾ ਇੱਕੋ ਦਮ ਹੋ ਗਿਆ? ਨਹੀਂ, ਇਹਦੇ ਪਿੱਛੇ ਬਹੁਤ ਜ਼ਿਆਦਾ ਸਾਡੀ ਇੱਕ ਸਟਰਗਲ ਸਟੋਰੀ ਹੈ, ਜਿਸ ਨੂੰ ਮੈਂ ਤੁਹਾਡੇ ਸਾਹਮਣੇ ਥੋੜਾ ਰੱਖਣਾ ਚਾਹੂੰਗਾ। ਸਾਡਾ ਸਮਾਜ, ਸਾਡਾ ਪਰਿਵਾਰ, ਸਾਡੇ ਦੋਸਤ, ਹਰ ਕੋਈ ਸਾਨੂੰ ਸਪੋਰਟ ਕਰਦਾ ਹੈ, ਲੇਕਿਨ ਚੜ੍ਹਦੇ ਸੂਰਜ ਨੂੰ ਤਾਂ ਸਾਰੇ ਸਲਾਮ ਕਰਦੇ ਨੇ। ਇਹ ਕੇਸ ਇਹੋ ਜਿਹਾ ਨਹੀਂ ਸੀ ਪਹਿਲੇ। ਜਦੋਂ ਅਸੀਂ ਸ਼ੁਰੂ ਕੀਤਾ, ਕਾਫੀ ਲੋਕ ਸਾਡਾ ਮਜ਼ਾਕ ਉਡਾਉਂਦੇ ਸੀ, ਕਾਫੀ ਲੋਕ ਸਾਨੂੰ ਪਾਗਲ ਕਹਿੰਦੇ ਸੀ, ਕਾਫੀ ਲੋਕ ਸਾਨੂੰ ਇਹ ਕਹਿੰਦੇ ਸੀ ਕਿ ਇਹ 4 ਦਿਨ ਦਾ ਸ਼ੌਂਕ ਹੈ ਜਾਂ ਇਹ ਕਾਲਜ ਪ੍ਰੋਜੈਕਟ ਹੀ ਲੈ ਕੇ ਚੱਲੇ ਹੋਏ ਨੇ, ਕਿੰਨੀ ਦੇਰ ਹੀ ਟਿਕ ਜਾਣਗੇ, ਇਹ ਬੱਚੇ ਨੇ ਕਿੱਥੋਂ ਹੀ ਬਿਜ਼ਨਸ ਕਰ ਲੈਣਗੇ ਇੰਨੀ ਦੇਰ। ਬਹੁਤ ਕੁਝ ਸੁਣਨ ਨੂੰ ਮਿਲਦਾ ਸੀ। ਲੇਕਿਨ ਹਾਂਜੀ, ਇਹ ਗੱਲ ਸੱਚ ਹੈ ਕਿ ਅਸੀਂ ਵੀ ਪਾਗਲ ਹੀ ਸੀ। ਅਸੀਂ ਪਾਗਲ ਸੀਗੇ ਕਿ ਹਾਂ, ਅਸੀਂ ਇੱਕ ਜਿਹੜੀ ਸੁਸਾਇਟੀ 'ਚ ਜਾਂ ਜਿਹੜੇ ਸਟੂਡੈਂਟਸ ਨੂੰ ਜਿਹੜੀ ਪ੍ਰੋਬਲਮ ਹੋ ਰਹੀ ਹੈ ਉਹਨੂੰ ਸੋਲਵ ਕਰਨਾ, ਔਰ ਉਹਨੂੰ ਸੋਲਵ ਕਰਨ ਦੇ ਚੱਕਰ 'ਚ ਹੀ ਆਪਾਂ ਅੱਜ ਇੱਕ ਕੰਪਨੀ ਬਣਾ ਕੇ ਬੈਠੇ ਹਾਂ। ਮੈਨੂੰ ਅੱਜ ਵੀ ਯਾਦ ਹੈ, ਮੇਰੇ 3rd ਈਅਰ ਦੀ ਗੱਲ ਹੈ, ਸਾਨੂੰ ਨਵਾਂ ਆਰਡਰ ਮਿਲਿਆ ਸੀਗਾ IIT ਖੜਗਪੁਰ ਦਾ। ਉਸ ਆਰਡਰ ਦੀ ਵੈਲਿਊਏਸ਼ਨ ਅਰਾਊਂਡ 2 ਲੱਖ ਦੇ ਆਸ-ਪਾਸ ਸੀਗੀ, ਕਿਉਂਕਿ ਲੇਕਿਨ ਸਾਡੀ ਕੰਪਨੀ ਹਾਲੇ ਨਵੀਂ ਰਜਿਸਟਰ ਹੋਈ ਸੀਗੀ, ਜਿਸ ਕਰਕੇ ਬਾਹਰਲੇ ਜਿੰਨੇ ਵੀ ਦੂਰ ਦੇ ਸਾਡੇ ਕਲਾਇੰਟ ਸੀਗੇ ਉਹ ਸਾਨੂੰ ਐਡਵਾਂਸ ਦੇਣ ਤੋਂ ਹਿਚਕਿਚਾਉਂਦੇ ਸੀ। ਬੜੀ ਓਬਵੀਅਸ ਜੀ ਗੱਲ ਹੈ ਕਿ ਕੋਈ ਇੱਕ ਨਵੀਂ ਕੰਪਨੀ ਤੇ ਇੱਦਾਂ ਕਿੱਦਾਂ ਵਿਸ਼ਵਾਸ ਕਰ ਲੇ। ਅਸੀਂ ਵੀ ਇਹੀ ਗੱਲ ਸੋਚ ਕੇ ਆਪਾਂ ਕਿਹਾ ਕਿ ਕਿਉਂ ਨਾ ਅਸੀਂ ਇਸ ਓਪਰਚੁਨਿਟੀ ਨੂੰ ਯੂਟੀਲਾਈਜ਼ ਕਰੀਏ। ਅਸੀਂ ਕੀ ਸੋਚਿਆ ਕਿ ਕਿਉਂ ਨਾ ਜਿਹੜੀ ਸਾਡੀ ਅਗਲੀ ਸਮੈਸਟਰ ਫੀਸ ਹੈ, ਜੋ ਕਿ ਸਾਡੇ ਘਰਦਿਆਂ ਨੇ ਸਾਨੂੰ ਪਹਿਲੇ ਦੇ ਹੀ ਦੇਣੀ ਹੈ, ਅਸੀਂ ਸੋਚਿਆ ਕਿ ਕਿਉਂ ਨਾ ਉਸ ਫੀਸ ਨੂੰ ਯੂਜ਼ ਕਰਕੇ ਅਸੀਂ ਪਹਿਲੇ ਆਰਡਰ ਬਣਾ ਲਈਏ। ਉਸ ਆਰਡਰ ਨਾਲ ਜਦੋਂ ਆਪਾਂ ਉਸ ਆਰਡਰ ਨੂੰ ਡਿਲੀਵਰ ਕਰ ਦਾਂਗੇ, ਉਸ ਪੈਸੇ ਨੂੰ ਯੂਜ਼ ਕਰਕੇ ਫਿਰ ਆਪਾਂ ਆਪਣੀ ਫੀਸ ਦੇ ਦਾਂਗੇ, ਨਾਲ ਆਪਣੇ ਕੋਲ ਪ੍ਰੋਫਿਟ ਵੀ ਆ ਜਾਏਗਾ। ਲੇਕਿਨ ਦੋਸਤੋ, ਸਾਨੂੰ ਇਹ ਵੀ ਪਤਾ ਸੀ ਕਿ ਇੰਨਾ ਸੌਖਾ ਹੁੰਦਾ ਨਹੀਂ ਹੈ। ਅਸੀਂ ਕਿਸੇ ਤਰੀਕੇ ਨਾਲ ਆਰਡਰ ਬਣਵਾਉਂਦੇ ਹਾਂ। ਮੈਨੂੰ ਅੱਜ ਵੀ ਯਾਦ ਹੈ 31 ਦਸੰਬਰ ਦੀ ਰਾਤ ਨੂੰ, ਜਦੋਂ ਸਾਰੇ ਦੋਸਤ ਸਾਡੇ ਕੀ ਕਹਿੰਦੇ ਨਿਊ ਈਅਰ ਮਨਾ ਰਹੇ ਸੀ, ਤੇ ਅਸੀਂ ਫੈਕਟਰੀ 'ਚ ਹੀ ਬੈਠ ਕੇ ਆਪਣਾ ਆਰਡਰ ਬਣਾ ਰਹੇ ਹਾਂ, ਖੁਦ ਹੀ ਪੈਕ ਕਰਵਾ ਰਹੇ ਹਾਂ, ਖੁਦ ਹੀ ਧਾਗੇ ਕੱਟ ਰਹੇ ਹਾਂ ਕਿਸੇ ਤਰੀਕੇ ਨਾਲ ਅਸੀਂ, ਲੇਕਿਨ ਆਪਣਾ ਆਰਡਰ ਰੈਡੀ ਕਰਵਾ ਲੈਂਦੇ ਹਾਂ। ਤੇ ਸਾਡੀ 2 ਜਨਵਰੀ ਦੀ ਸਾਡੀ ਟ੍ਰੇਨ ਹੁੰਦੀ ਹੈ। ਅਸੀਂ ਟ੍ਰੇਨ ਫੜ ਕੇ ਅਸੀਂ ਪਹੁੰਚਦੇ ਹਾਂ ਕੋਲਕਾਤਾ। ਉੱਥੋਂ ਦੀ ਆਰਡਰ ਨੂੰ ਜਿਹੜਾ ਆਪਾਂ ਟੈਂਪੂ 'ਚ ਰੱਖਦੇ ਹਾਂ ਤੇ ਟੈਂਪੂ 'ਚ ਰੱਖ ਕੇ ਆਪਾਂ ਖੜਗਪੁਰ ਲੈ ਕੇ ਜਾਂਦੇ ਹਾਂ। ਜਦੋਂ ਆਪਾਂ ਉੱਥੇ ਲੈ ਕੇ ਕਿਸੇ ਤਰੀਕੇ ਪਹੁੰਚਦੇ ਹਾਂ ਤੇ ਉੱਥੇ ਜਾ ਕੇ ਜਦੋਂ ਉਹ ਆਰਡਰ ਚੈੱਕ ਕਰਦੇ ਨੇ ਤੇ ਉਹਦੇ 'ਚ ਆਉਂਦੇ ਨੇ ਡਿਫੈਕਟ। ਹੁਣ ਡਿਫੈਕਟ ਉਹਨਾਂ ਨੂੰ ਸਹੀ ਨਹੀਂ ਲੱਗਦੇ, ਜਿਸ ਕਰਕੇ ਉਹਨਾਂ ਨੇ ਸਾਡਾ ਉਸੇ ਟਾਈਮ ਕਰਤਾ ਆਰਡਰ ਰਿਜੈਕਟ। ਹੁਣ ਅਸੀਂ ਨਾ ਇੱਧਰ ਜਾਣ ਜੋਗੇ ਨਾ ਉੱਧਰ ਜਾਣ ਜੋਗੇ। ਅਸੀਂ ਇੱਕ ਇਹੋ ਜਿਹੀ ਜਗ੍ਹਾ 'ਤੇ ਹਾਂ ਜਿੱਥੇ ਸਾਡੀ ਲੈਂਗੁਏਜ ਵੀ ਬੈਰੀਅਰ ਬਹੁਤ ਵੱਡਾ ਸੀ ਕਿ ਆਪਾਂ ਕੁਝ ਕਰ ਨਹੀਂ ਸਕਦੇ ਸੀਗੇ ਬਹੁਤ ਜ਼ਿਆਦਾ। ਲੇਕਿਨ ਜਦੋਂ ਉਹਨਾਂ ਨੇ ਆਰਡਰ ਰਿਜੈਕਟ ਕੀਤਾ, ਉਸ ਟਾਈਮ ਦਾ ਜੋ ਹਾਲਾਤ ਸੀ ਨਾ, ਉਹ ਮੈਂ ਦੱਸ ਨਹੀਂ ਸਕਦਾ ਕਿ ਕਿਹੋ ਜਿਹਾ ਫੀਲ ਕਰ ਰਹੇ ਸੀ ਅਸੀਂ। ਸਾਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਪੈਰਾਂ ਥੱਲੋਂ ਜ਼ਮੀਨ ਹਿੱਲਣਾ ਹੁੰਦਾ ਕੀ ਹੈ। ਅਸੀਂ ਉੱਪਰੋਂ ਦੀ ਨੀਚੇ ਸਾਡੇ ਚਿਹਰੇ ਸਫੇਦ, ਅਸੀਂ ਬਿਲਕੁਲ ਕੰਬ ਰਹੇ ਹਾਂ। ਸਾਨੂੰ ਸਮਝ ਨਹੀਂ ਆ ਰਿਹਾ ਅਸੀਂ ਕੀ ਕਰੀਏ। ਸਾਡੇ ਦਿਮਾਗ 'ਚ ਬਹੁਤ ਹੀ ਬੁਰੇ ਖਿਆਲ ਆਉਣ ਲੱਗ ਪਏ ਕਿ ਅਸੀਂ ਅਗਰ ਵਾਪਸ ਜਾਵਾਂਗੇ ਤੇ ਬਾਕੀਆਂ ਨੂੰ ਕੀ ਮੂੰਹ ਦਿਖਾਵਾਂਗੇ, ਆਪਣੇ ਪਰਿਵਾਰ ਨੂੰ ਕੀ ਕਹਾਂਗੇ ਕਿ ਆਹ ਦੇਖੋ ਤੁਹਾਡੇ ਬੱਚਿਆਂ ਨੇ ਦੇਖੋ ਪੈਸੇ ਉਜਾੜਤੇ,
ਜੋ ਤੁਹਾਡੇ ਤੋਂ ਫੀਸ ਲਈ ਸੀਗੀ ਆਪਾਂ ਕਿ ਕਾਲਜ ਫੀਸ ਭਰਾਂਗੇ, ਇੱਕ ਤਰ੍ਹਾਂ ਆਪਾਂ ਉਹਨਾਂ ਨੂੰ ਝੂਠ ਵੀ ਬੋਲਿਆ ਨਾ ਇਸ ਗੱਲ ਦਾ ਕਿ ਆਪਾਂ ਤਾਂ ਕੀ ਕਹਿੰਦੇ ਫੀਸ ਲੈ ਰਹੇ ਹਾਂ, ਲੇਕਿਨ ਨਹੀਂ, ਅਸੀਂ ਤਾਂ ਆਰਡਰ ਬਣਾਇਆ ਔਰ ਉਹ ਆਰਡਰ ਗਲਤ ਬਣਿਆ ਔਰ ਸਾਨੂੰ ਸਾਡੇ ਸਾਰੇ ਪੈਸੇ ਡੁੱਬ ਗਏ। ਬਹੁਤ ਸਾਰੇ ਬੁਰੇ ਖਿਆਲ ਆ ਰਹੇ, ਬਹੁਤ ਸਾਰੇ ਬੁਰੇ ਖਿਆਲ ਆ ਰਹੇ, ਲੇਕਿਨ ਅਸੀਂ ਸੋਚਿਆ ਕਿ ਚਲੋ ਟਰਾਈ ਕਰਦੇ ਹਾਂ ਕਿ ਕੁਛ ਨਾ ਕੁਛ ਤਾਂ ਇੱਥੋਂ ਦੀ ਸੋਲੂਸ਼ਨ ਮਿਲ ਹੀ ਸਕਦਾ ਹੈ। ਘਬਰਾ ਕੇ ਤਾਂ ਕੁਛ ਹੋਣ ਨੂੰ ਨਹੀਂ ਹੋ ਰਿਹਾ, ਕੋਈ ਐਦਾਂ ਦਾ ਸੋਲੂਸ਼ਨ ਆਏਗਾ ਨਹੀਂ। ਇਸ ਤੋਂ ਚੰਗਾ ਹੈ ਕਿ ਕਿਉਂ ਨਾ ਠੰਡੇ ਦਿਮਾਗ ਨਾਲ ਸੋਚਿਆ ਜਾਏ। ਫਿਰ ਅਸੀਂ ਸੋਚਿਆ ਕਿ ਕਿਉਂਕਿ ਆਪਾਂ ਹੈਗੇ ਤਾਂ ਕੋਲਕਾਤਾ 'ਚ ਹਾਂ ਔਰ ਕੋਲਕਾਤਾ 'ਚ ਸਾਡੀ ਜਿਹੜੇ ਕਲਾਇੰਟਸ ਨੇ ਉਹ ਬਹੁਤ ਸਾਰੇ ਹੈਗੇ ਨੇ, ਜਿਹੜੇ ਸਾਡੇ ਪੋਟੈਂਸ਼ੀਅਲ ਕਲਾਇੰਟ ਸੀਗੇ ਉਹ ਕਾਫੀ ਜ਼ਿਆਦਾ ਸੀ। ਤੇ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਕੁਝ ਟਾਈਮ ਕੋਲਕਾਤਾ ਹੀ ਰਹੀਏ, ਆਰਡਰਸ ਲਈਏ, ਉਹਨਾਂ ਆਰਡਰਸ ਨੂੰ ਫਿਰ ਜਦੋਂ ਆਪਾਂ ਵਾਪਸ ਡਿਲੀਵਰ ਕਰ ਦਾਂਗੇ ਉਸ ਪ੍ਰੋਫਿਟ ਨਾਲ ਅਸੀਂ ਇਹ ਵਾਲਾ ਲਾਸ ਕਵਰ ਕਰ ਲਾਂਗੇ। ਔਰ ਉਸ ਤੋਂ ਬਾਅਦ ਕਿਉਂਕਿ ਲੇਕਿਨ ਸਾਡੇ ਕੋਲ ਪੈਸੇ ਵੀ ਨਹੀਂ ਸੀਗੇ, ਅਸੀਂ ਸੋਚਿਆ ਕਿ ਪਹਿਲੇ ਆਪਾਂ ਰਹਿਣ ਦਾ ਖਾਣ ਦਾ ਜੁਗਾੜ ਕਰਦੇ ਹਾਂ ਕਿ ਕਿੱਦਾਂ ਕਰ ਸਕਦੇ ਹਾਂ, ਅਸੀਂ ਕਿੱਦਾਂ ਅਸੀਂ ਘੱਟ ਪੈਸੇ ਨਾਲ ਉੱਥੇ ਸਰਵਾਈਵ ਕਰ ਸਕਦੇ ਹਾਂ। ਲੇਕਿਨ ਇਸ ਟਾਈਮ ਦੇ ਦੌਰਾਨ ਅਸੀਂ ਬਿਲਕੁਲ ਵੀ ਕਿਸੇ ਨੂੰ ਪਤਾ ਨਹੀਂ ਚੱਲਣ ਦਿੱਤਾ ਕਿ ਸਾਡੇ ਨਾਲ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਨਾ ਹੀ ਸਾਡੇ ਘਰਦਿਆਂ ਨੂੰ ਪਤਾ ਹੈ, ਨਾ ਹੀ ਸਾਡੇ ਦੋਸਤਾਂ ਨੂੰ ਪਤਾ ਹੈ। ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹ ਤਾਂ ਲੋਕ ਘੁੰਮਣ ਗਏ ਨੇ, ਆਪਣੀ ਮਸਤੀ ਕਰਨ ਗਏ ਹੋਏ ਨੇ, ਲੇਕਿਨ ਇਹੋ ਜਿਹਾ ਬਿਲਕੁਲ ਵੀ ਨਹੀਂ ਸੀ। ਅਸੀਂ ਫਿਰ ਇੱਕ ਕਾਲਜ ਲੱਭਿਆ, ਉੱਥੇ ਦਾ ਇੱਕ ਹੋਸਟਲ ਫੜਿਆ ਸੀ, ਠੀਕ ਹੈ, ਉੱਥੇ ਆਪਾਂ ਫ੍ਰੀ 'ਚ ਰਹਿਣਾ ਸ਼ੁਰੂ ਕੀਤਾ ਤੇ ਅਸੀਂ 10 ਦਿਨ ਰਹੇ। 10 ਦਿਨ ਦੇ ਵਿੱਚ ਅਸੀਂ 15 ਆਰਡਰਸ ਕਲੈਕਟ ਕੀਤੇ ਅਲੱਗ-ਅਲੱਗ ਕਾਲਜ ਤੋਂ। ਅਸੀਂ ਰੋਜ਼ ਸਵੇਰੇ ਨਿਕਲਦੇ ਸੀਗੇ ਆਪਣੇ ਕਾਲਜ ਤੋਂ ਤੇ ਰਾਤੀ ਮੁੜਦੇ ਸੀ। ਇੱਕ ਵਾਰੀ ਸਵੇਰੇ ਖਾਣਾ ਖਾਦਾ, ਉਸ ਤੋਂ ਬਾਅਦ ਰਾਤੀ ਆ ਕੇ ਖਾਣਾ ਖਾਂਦੇ ਸੀਗੇ ਆਪਾਂ ਹੋਸਟਲ 'ਚ ਹੀ ਆ ਕੇ। ਅਸੀਂ 10 ਦਿਨ ਤੱਕ ਸਿਰਫ ਇਹੀ ਕੀਤਾ ਔਰ ਜਦੋਂ ਸਾਡੇ ਕੋਲ 15 ਆਰਡਰਸ ਆ ਗਏ ਔਰ ਸਾਨੂੰ ਇਸ ਚੀਜ਼ ਦੀ ਸ਼ੋਰਿਟੀ ਹੋ ਗਈ ਕਿ ਹਾਂ ਅਸੀਂ ਹੁਣ ਇਹ ਲਾਸ ਕਵਰ ਕਰ ਸਕਦੇ ਹਾਂ, ਉਹ ਇੱਕ ਦਿਨ ਹੈ ਜਿਸ ਦਿਨ ਤੋਂ ਬਾਅਦ ਸਾਡਾ ਡਿਸਾਈਡ ਹੋ ਗਿਆ ਸੀ ਫਾਈਨਲੀ ਕਿ ਹਾਂ ਹੁਣ ਪ੍ਰੋਬਲਮਸ ਤਾਂ ਪੱਕੀ ਗੱਲ ਹੈ ਕਿ ਆਪਾਂ ਬਿਜ਼ਨਸ ਕਰ ਰਹੇ ਹਾਂ, ਪ੍ਰੋਬਲਮਸ ਤਾਂ ਸਾਰਿਆਂ ਨੂੰ ਹੀ ਆਉਣੀ ਹੈ ਔਰ ਹੋ ਸਕਦਾ ਆਉਣ ਵਾਲੇ ਟਾਈਮ 'ਚ ਇਸ ਤੋਂ ਵੱਡੀ ਪ੍ਰੋਬਲਮ ਵੀ ਆਏਗੀ। ਲੇਕਿਨ ਸਾਨੂੰ ਇਸ ਗੱਲ ਦਾ ਯਕੀਨ ਹੋ ਗਿਆ ਸੀ ਕਿ ਆਪਾਂ ਜੇ ਇਸ ਪ੍ਰੋਬਲਮ ਤੋਂ ਇਸ ਟਾਈਮ ਦੇ ਵਿੱਚ ਆਪਾਂ ਨਿਕਲ ਸਕਦੇ ਹਾਂ, ਇਹਦਾ ਮਤਲਬ ਆਉਣ ਵਾਲੇ ਟਾਈਮ 'ਚ ਜਿੰਨੀ ਵੀ ਵੱਡੀ ਪ੍ਰੋਬਲਮਸ ਆਉਣਗੀਆਂ ਨਾ, ਜੇ ਅਗਰ ਅਸੀਂ ਹਿੰਮਤ ਨਹੀਂ ਹਾਰਾਂਗੇ ਨਾ ਔਰ ਜੇ ਅਸੀਂ ਇਹੀ ਪਾਗਲਪਨ ਨਾਲ ਕੰਮ ਕਰਦੇ ਰਵਾਂਗੇ ਤੇ ਅਸੀਂ ਪੱਕਾ ਕਲੀਅਰ ਕਰ ਲਾਂਗੇ, ਅਸੀਂ ਇੱਕ ਪ੍ਰੋਬਲਮ ਨੂੰ ਪੱਕਾ ਸੋਲਵ ਕਰ ਲਾਂਗੇ। ਉਸ ਦਿਨ ਤੋਂ ਬਾਅਦ ਫਿਰ ਅਸੀਂ ਕਦੀ ਮੁੜ ਕੇ ਨਹੀਂ ਵੇਖਿਆ ਔਰ ਉਸ ਦਿਨ ਅਸੀਂ ਡਿਸਾਈਡ ਕਰ ਲਿਆ ਸੀ ਕਿ ਹਾਂ ਅਸੀਂ ਬਿਜ਼ਨਸ ਕਰਨ ਦੇ ਲਾਇਕ ਹੈਗੇ ਹਾਂ। ਲੇਕਿਨ ਇਹ ਸਭ ਪ੍ਰੋਬਲਮਸ ਜਿਹੜੀਆਂ ਨੇ ਨਾ, ਇਹ ਤਾਂ ਆਉਂਦੀਆਂ ਜਾਂਦੀਆਂ ਰਹੀਆਂ, ਬਿਜ਼ਨਸ ਦੀ ਪ੍ਰੋਬਲਮਸ ਤਾਂ ਆਉਂਦੀਆਂ ਜਾਂਦੀਆਂ ਹੀ ਰਹੀਆਂ। ਨਾਲ ਸਾਡੀ ਕਿਉਂਕਿ ਆਪਾਂ ਕਾਲਜ ਵੀ ਸੀ ਤੇ ਸਾਡੀ ਕਾਲਜ ਦੀ ਵੀ ਪ੍ਰੋਬਲਮਸ ਅਲੱਗ ਤੋਂ ਹੀ ਚੱਲਦੀਆਂ ਸੀ, ਕਿਉਂਕਿ ਸਾਡੀ ਖੁਦ ਦੀ ਆਪਾਂ ਫੈਕਟਰੀ ਬਣਾਈ ਸੀਗੀ, ਪੈਸੇ ਜੋੜ ਕੇ ਛੋਟੀ ਫੈਕਟਰੀ ਤੋਂ ਫਿਰ ਵੱਡੀ ਫੈਕਟਰੀ ਕਰਦੇ ਸਾਡਾ ਜਿੱਦਾਂ ਕੰਮ ਵੱਧਦਾ ਗਿਆ ਸਾਡੀ ਇਨਵੋਲਵਮੈਂਟ ਵੱਧਦੀ ਗਈ ਬਿਜ਼ਨਸ ਵਿੱਚ। ਜਿੱਦਾਂ ਇਨਵੋਲਵਮੈਂਟ ਵੱਧਦੀ ਗਈ ਸਾਡੀ ਕਾਲਜ ਵਾਲੀ ਇਨਵੋਲਵਮੈਂਟ ਘਟਦੀ ਗਈ। ਮੈਨੂੰ ਅੱਜ ਵੀ ਯਾਦ ਹੈ ਇੱਕ ਟੀਚਰ ਨੇ ਤਾਂ ਸਾਨੂੰ ਇਹ ਕਹਿ ਕੇ ਫੇਲ ਕਰਨ ਦੀ ਕੋਸ਼ਿਸ਼ ਕੀਤੀ ਕਿ ਬਈ ਤੁਸੀਂ ਤਾਂ ਹੁਣ ਬਿਜ਼ਨਸ ਵਾਲੇ ਹੋ, 1 ਸਾਲ ਹੋਰ ਵੀ ਰੁਕ ਜਾਓਗੇ ਕਾਲਜ 'ਚ, ਕੀ ਹੈ। ਐਸੇ ਤਰੀਕਾ ਰੋਂਦੇ ਹੋਏ ਗਿੜਗਿੜਾਉਂਦੇ ਹੋਏ ਆਪਾਂ ਫਿਰ ਵੀ ਆਪਣੀ ਡਿਗਰੀ ਕਲੀਅਰ ਕਰ ਲਈ। ਦੋਸਤੋ ਹਾਲੇ ਤੱਕ ਵੀ ਸਿਰਫ ਅਸੀਂ ਹੀ ਆਪਣੇ ਬਿਜ਼ਨਸ ਨੂੰ ਸੀਰੀਅਸਲੀ ਲੈ ਰਹੇ ਸੀ। ਸਾਡੇ ਦੋਸਤ, ਸਾਡੇ ਪਰਿਵਾਰ, ਉਹਨਾਂ ਨੂੰ ਹਾਲੇ ਵੀ ਲੱਗ ਰਿਹਾ ਸੀਗਾ ਕਿ ਇਹ ਜਦੋਂ ਨੌਕਰੀ ਲੈਣ ਦੀ ਵਾਰੀ ਆਏਗੀ ਨਾ, ਇਹਨਾਂ ਨੇ ਸਾਰਿਆਂ ਨੇ ਮੁੜ ਜਾਣਾ, ਇਹਨਾਂ ਨੇ ਸਾਰਿਆਂ ਨੇ ਮੁੱਕਰ ਜਾਣਾ, ਇਹਨਾਂ ਤੋਂ ਰਿਹਾ ਨਹੀਂ ਜਾਣਾ। ਲੇਕਿਨ ਦੋਸਤੋ ਜਦੋਂ ਕਾਲਜ ਖਤਮ ਹੋ ਗਿਆ, ਬਿਜ਼ਨਸ ਜਦੋਂ ਤੁਸੀਂ ਪੂਰਾ ਐਕਸਪੈਂਡ ਕਰਨਾ ਹੈ, ਤੁਹਾਨੂੰ ਪੈਸੇ ਦੀ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਅਸੀਂ ਹਾਲੇ ਤੱਕ ਸਿਰਫ ਇਸ ਸੋਚ ਵਿੱਚ ਸੀਗੇ ਕਿ ਕਿਉਂ ਨਾ ਅਸੀਂ ਜਿਹੜੇ ਪੈਸੇ ਕਮਾ ਰਹੇ ਹਾਂ ਔਰ ਜਿਹੜੇ ਪੈਸੇ ਬਚਾ ਰਹੇ ਹਾਂ ਉਹਦੇ ਥਰੂ ਅਸੀਂ ਆਪਣਾ ਬਿਜ਼ਨਸ ਚਲਾਈਏ, ਜਿਹਨੂੰ ਅਸੀਂ ਬੂਟ ਸਟ੍ਰੈਪਿੰਗ ਵੀ ਕਹਿੰਦੇ ਹਾਂ। ਅਸੀਂ ਕਾਫੀ ਹੱਦ ਤੱਕ ਤਾਂ ਬੂਟ ਸਟ੍ਰੈਪਿੰਗ ਨਾਲ ਚਲਾਉਂਦੇ ਗਏ, ਲੇਕਿਨ ਸਾਨੂੰ ਹੁਣ ਇੱਕ ਟਾਈਮ ਬਾਅਦ ਮਹਿਸੂਸ ਹੋ ਗਿਆ ਕਿ ਨਹੀਂ, ਕੰਮ ਐਦਾਂ ਨਹੀਂ ਚੱਲ ਸਕਦਾ, ਐਦਾਂ ਕੰਮ ਬਿਲਕੁਲ ਵੀ ਨਹੀਂ ਚੱਲ ਸਕਦਾ, ਸਾਨੂੰ ਪੈਸੇ ਦੀ ਜ਼ਰੂਰਤ ਹੈ। ਜਿਸ ਕਰਕੇ ਅਸੀਂ ਬੈਂਕਾਂ ਦੇ ਦਰਵਾਜ਼ੇ ਜਾਣੇ ਸ਼ੁਰੂ ਕਰਤਾ। ਹੁਣ ਉੱਥੇ ਜਦੋਂ ਆਪਾਂ ਜਾਂਦੇ ਹਾਂ, ਹਾਲੇ ਜਦੋਂ ਆਪਾਂ ਕਿਉਂਕਿ ਗ੍ਰੈਜੂਏਟ ਹੀ ਹੋਏ ਸੀ, ਸਾਡੀ ਏਜ 21-22 ਸਾਲ ਹੀ ਸੀ, ਉਹਨਾਂ ਦੇ ਬੈਂਕਸ ਦੇ ਇੱਕ ਰੂਲ ਨੇ, ਜਦੋਂ ਇਹ ਮੁਦਰਾ ਲੋਨ ਨਹੀਂ ਆਇਆ ਸੀਗਾ ਜਦ ਤੱਕ, ਉਦੋਂ ਇੱਕ ਰੂਲ ਸੀ ਕਿ ਜੇ ਤੁਸੀਂ ਬਿਜ਼ਨਸ ਲੋਨ ਲੈਣਾ ਚਾਹੁੰਦੇ ਹੋ ਤੇ ਤੁਹਾਡੀ ਮਿਨੀਮਮ ਏਜ 23 ਸਾਲ ਹੋਣੀ ਚਾਹੀਦੀ ਹੈ। ਹੁਣ ਸਾਨੂੰ ਸਮਝ ਨਹੀਂ ਆ ਰਿਹਾ ਕਿ ਅੱਛਾ ਇਹਦਾ ਮਤਲਬ ਕਿ ਲੋਨ ਵੀ ਨਹੀਂ ਮਿਲੇਗਾ, ਨਾ ਹੀ ਸਾਡੇ ਕੋਲ ਕੋਈ ਪ੍ਰੋਪਰਟੀ ਜਿਹਦੇ ਅਗੇਂਸਟ ਆਪਾਂ ਲੋਨ ਲੈ ਸਕੀਏ, ਨਾ ਹੀ ਆਪਾਂ ਚਾਹੁੰਦੇ ਸੀਗੇ ਕਿ ਘਰਦਿਆਂ ਤੇ ਆਪਾਂ ਬਰਡਨ ਬਣੀਏ ਇਸ ਗੱਲ ਦਾ ਕਿ ਉਹਨਾਂ ਤੋਂ ਪੈਸੇ ਲੈ ਕੇ ਅਸੀਂ ਆਪਣਾ ਬਿਜ਼ਨਸ ਚਲਾਈਏ। ਅਸੀਂ ਇਹ ਨਹੀਂ, ਬਿਲਕੁਲ ਵੀ ਨਹੀਂ ਚਾਹੁੰਦੇ ਸੀਗੇ। ਇਸ ਲਈ ਫਿਰ ਆਪਾਂ ਸੋਚਿਆ ਕਿ ਹੋਰ ਕਿੱਦਾਂ। ਕਾਫੀ ਹੱਦ ਤੱਕ ਤਾਂ ਕਾਫੀ ਦੇਰ ਤੱਕ ਆਪਾਂ ਇਸ ਸੋਚ ਵਿੱਚ ਜਿੰਦੇ ਰਹੇ ਕਿ ਅਸੀਂ ਪੈਸੇ ਬਚਾ ਕੇ ਉਹੀ ਪੈਸੇ ਲਗਾ ਕੇ ਕਰਦੇ ਰਹਾਂਗੇ, ਜਿਸ ਕਰਕੇ ਸਾਡੀ ਜਿਹੜਾ ਲਿਵਿੰਗ ਸਟੈਂਡਰਡ ਹੈ ਉਹ ਕਾਫੀ ਜ਼ਿਆਦਾ ਆਪਾਂ ਥੱਲੇ ਕਰ ਲਿਆ। ਮੈਨੂੰ ਅੱਜ ਵੀ ਯਾਦ ਹੈ, ਮੈਂ 1 ਸਾਲ ਤੱਕ ਗ੍ਰੈਜੂਏਟ ਹੋਣ ਤੋਂ ਬਾਅਦ ਵੀ 1 ਸਾਲ ਤੱਕ ਮੈਂ ਆਪਣੇ ਕਾਲਜ ਦੇ ਹੋਸਟਲ 'ਚ ਹੀ ਰਿਹਾ। ਇੱਕ 6x12 ਫੁੱਟ ਦੇ ਕਮਰੇ ਵਿੱਚ ਆਪਾਂ 4 ਲੋਕ ਰਹਿੰਦੇ ਸੀ, ਜਿੱਥੇ ਨਾ ਕੰਬਲ, ਨਾ ਬਿਸਤਰਾ, ਨਾ ਕੁਝ, ਭਾਵੇਂ ਠੰਡ ਹੋਵੇ ਭਾਵੇਂ ਗਰਮੀ ਹੋਵੇ, ਜੋ ਵੀ ਹੋਵੇ, ਅਸੀਂ ਬਸ ਰਹਿ ਰਹੇ ਸੀ ਕਿਸੇ ਤਰੀਕੇ। ਬਸ ਦਿਮਾਗ 'ਚ ਇੱਕੋ ਹੀ ਗੱਲ ਸੀ ਕਿ ਇਹ ਕੰਪਨੀ ਚਲਦੀ ਰਹਿਣੀ ਚਾਹੀਦੀ ਹੈ,
ਸਾਡੀ ਇੱਕੋ ਖੁਆਇਸ਼ ਸੀਗੀ ਕਿ ਇਹ ਕੰਪਨੀ ਚੱਲਦੀ ਰਹੇ, ਔਰ ਆਪਾਂ ਇਸ ਗੱਲ ਨੂੰ ਐਕਸੈਪਟ ਕਰ ਲਿਆ ਸੀ ਕਿ ਇਸ ਖੁਆਇਸ਼ ਨੂੰ ਜ਼ਿੰਦਾ ਰੱਖਣ ਲਈ ਸਾਨੂੰ ਬਾਕੀ ਸਾਰੀ ਦੁਨਿਆਵੀ ਖੁਸ਼ਾਵਾਂ ਨੇ ਜਿਹੜੀ ਬਾਕੀ ਸਾਰੀ ਦੁਨਿਆਵੀ ਖੁਆਇਸ਼ਾਂ ਨੇ ਉਹਨਾਂ ਨੂੰ ਮਾਰਨਾ ਹੀ ਪੈਣਾ। ਅਸੀਂ ਇਹ ਗੱਲ ਸਮਝ ਚੁੱਕੇ ਸੀ ਤੇ ਇਸ ਲਈ ਬਹੁਤ ਵਾਰ ਹੋਇਆ ਕਿ ਆਪਾਂ ਭੁੱਖੇ ਪੇਟ ਸੋਏ, ਬਹੁਤ ਵਾਰ ਹੋਏ ਕਿ ਸਾਡੇ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ, ਲੇਕਿਨ ਅਸੀਂ ਆਪਣੇ ਨਾ ਹੀ ਘਰਦਿਆਂ ਨੂੰ ਪਤਾ ਲੱਗਣ ਦੇ ਰਹੇ ਸੀ ਕਿ ਆਪਾਂ ਕਿਹੋ ਜਿਹੇ ਹਾਲਾਤ 'ਚ ਜੀ ਰਹੇ ਹਾਂ, ਨਾ ਹੀ ਸਾਡੇ ਦੋਸਤਾਂ ਨੂੰ ਪਤਾ ਸੀ, ਕਿਉਂਕਿ ਸਾਨੂੰ ਦਿਖਾਣਾ ਤਾਂ ਇਹੀ ਹੁੰਦਾ ਸੀ ਕਿ ਹਾਂ ਆਪਾਂ ਜੀ ਤਾਂ ਵਧੀਆ ਰਹੇ ਹਾਂ। ਇਨਸਾਨੀ ਫਿਤਰਤ ਹੈ, ਅਸੀਂ ਤਾਂ ਇਹੀ ਦਿਖਾਉਂਦੇ ਹਾਂ ਹਰ ਕਿਸੇ ਨੂੰ ਕਿ ਹਾਂ ਸਾਡੀ ਜ਼ਿੰਦਗੀ ਤਾਂ ਬਹੁਤ ਹੀ ਵਧੀਆ ਹੈ। ਔਰ ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਫਿਰ ਤਾਂ ਤੁਸੀਂ ਸਮਝਦੇ ਹੀ ਹੋ ਕਿ ਇਹ ਦਿਖਾਣਾ ਹੀ ਪੈਂਦਾ ਹੈ ਕਿ ਤੁਸੀਂ ਬਿਜ਼ਨਸ ਵਧੀਆ ਕਰ ਰਹੇ ਹੋ, ਤਾਂ ਹੀ ਤੁਹਾਡੇ ਕੋਲ ਬਿਜ਼ਨਸ ਆਏਗਾ। ਲੇਕਿਨ ਅੰਦਰੋਂ ਹੀ ਅੰਦਰ ਸਾਨੂੰ ਪਤਾ ਕਿ ਅਸੀਂ ਕਿੱਦਾਂ ਜੀ ਰਹੇ ਸੀਗੇ ਉਸ ਜ਼ਿੰਦਗੀ ਨੂੰ। ਹੋਰ ਇੱਕ ਚੀਜ਼ ਜੋ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਇੱਕ ਪਾਗਲਪਨ ਸੀ ਇਸ ਚੀਜ਼ ਦਾ ਕਿ ਅਸੀਂ ਇਹ ਕੰਪਨੀ ਬੰਦ ਨਹੀਂ ਹੋਣ ਦੇਣੀ, ਕਿਉਂਕਿ ਜੇ ਕੰਪਨੀ ਬੰਦ ਹੁੰਦੀ ਸੀ ਮੈਨੂੰ ਪਤਾ ਸੀ ਕਿ ਮੇਰੇ ਬਹੁਤ ਸਾਰੇ ਵਰਕਰਸ ਜਿਨ੍ਹਾਂ ਦਾ ਘਰ ਮੇਰੇ ਕਰਕੇ ਚੱਲ ਰਿਹਾ ਸੀ, ਜਿਨ੍ਹਾਂ ਕਰਕੇ ਖਾਣਾ ਮੇਰੇ ਕਰਕੇ ਜਾਂ ਮੇਰੀ ਕੰਪਨੀ ਕਰਕੇ ਪਹੁੰਚ ਰਿਹਾ ਸੀ, ਜੇ ਉਹ ਕੰਪਨੀ ਮੇਰੀ ਬੰਦ ਹੋ ਜਾਂਦੀ ਤੇ ਉਹਨਾਂ ਘਰੇ ਰੋਟੀ ਨਾ ਪਹੁੰਚ ਪਾਉਂਦੀ। ਬਸ ਇਸ ਚੀਜ਼ ਦਾ ਇੱਕ ਡਰ ਸੀ ਜਿਹੜਾ ਮੈਨੂੰ ਕਦੀ ਵੀ ਰੁਕਣ ਨਹੀਂ ਦੇ ਰਿਹਾ ਸੀ। ਲੇਕਿਨ ਅਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਬੈਂਕਾਂ 'ਚ ਧੱਕੇ ਖਾ ਰਹੇ ਸੀ, ਸਾਡਾ ਕੁਝ ਨਹੀਂ ਬਣ ਰਿਹਾ ਸੀ, ਕਾਫੀ ਟਾਈਮ ਤੱਕ ਆਪਾਂ ਫਾਈਨੈਂਸ਼ੀਅਲੀ ਸਟਰਗਲ ਕਰਦੇ ਰਹੇ। ਲੇਕਿਨ ਫਿਰ ਮੇਰੇ ਦੋਸਤ ਬੰਦੁਲ ਨੇ, ਜੋ ਕਿ ਫਾਈਨੈਂਸ ਵਿੱਚ ਬਹੁਤ ਹੀ ਅੱਛਾ ਸੀ, ਉਸਨੇ ਕਿਹਾ ਕਿ ਕਿਉਂ ਨਾ ਅਸੀਂ ਕਰਾਊਡ ਫੰਡ ਕਰੀਏ। ਹੁਣ ਮੈਨੂੰ ਕੋਈ ਆਈਡੀਆ ਨਹੀਂ ਸੀ ਕਿ ਕਰਾਊਡ ਫੰਡਿੰਗ ਕੀ ਹੁੰਦੀ ਹੈ। ਸੋ ਬੇਸਿਕਲੀ ਕਰਾਊਡ ਫੰਡਿੰਗ ਵਿੱਚ ਕੀ ਹੈ ਕਿ ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਜਿਹੜੇ ਸਾਨੂੰ ਜਾਣਦੇ ਸੀ, ਜਿਹੜੇ ਸਾਡੇ ਬਿਜ਼ਨਸ ਪਾਰਟਨਰ ਸੀ, ਉਹਨਾਂ ਨੂੰ ਕਿਹਾ ਕਿ ਅਸੀਂ ਇਹ ਮਸ਼ੀਨਰੀ ਖਰੀਦਣਾ ਚਾਹੁੰਦੇ ਹਾਂ, ਅਸੀਂ ਇੱਕ ਵੱਡਾ ਆਫਿਸ ਲੈਣਾ ਚਾਹੁੰਦੇ ਹਾਂ, ਅਸੀਂ ਹੋਰ ਲੋਕ ਹਾਇਰ ਕਰਨਾ ਚਾਹੁੰਦੇ ਹਾਂ। ਕਿਉਂਕਿ ਸਾਡੇ ਕੋਲ ਕਲਾਇੰਟਸ ਹੈਗੇ ਨੇ, ਸਾਡੇ ਕੋਲ ਕਸਟਮਰਸ ਆ ਰਹੇ ਨੇ, ਲੇਕਿਨ ਅਸੀਂ ਉਹਨਾਂ ਨੂੰ ਪੂਰਾ ਨਹੀਂ ਕਰ ਪਾ ਰਹੇ ਹਾਂ। ਕਿਉਂਕਿ ਸਾਡੇ ਕੋਲ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਬਹੁਤ ਛੋਟਾ ਹੈ। ਅਸੀਂ ਉਹਨਾਂ ਨੂੰ ਕਿਹਾ ਕਿ ਕਿਉਂ ਨਾ ਤੁਸੀਂ ਜੇ ਸਾਡੀ ਕੰਪਨੀ 'ਚ ਟੈਂਪਰੇਰੀਲੀ ਇਨਵੈਸਟ ਕਰੋ, ਠੀਕ ਹੈ। ਜੇ ਟੈਂਪਰੇਰੀਲੀ ਇਨਵੈਸਟ ਕਰੋਗੇ ਤੇ ਤੁਹਾਨੂੰ ਅਸੀਂ ਅੱਛੀ ਰਿਟਰਨ ਦੇਵਾਂਗੇ। ਔਰ ਇਸ ਸਾਈਕਲ ਦੇ ਥਰੂ ਫਿਰ ਅਸੀਂ ਇਹ ਕੰਮ ਕਰਨਾ ਸ਼ੁਰੂ ਕੀਤਾ। ਸੋ ਬੇਸਿਕਲੀ ਕੋਈ ਵੀ ਆਪਾਂ ਸ਼ੇਅਰਸ ਨਹੀਂ ਦੇ ਰਹੇ ਕਿਸੇ ਨੂੰ, ਕੋਈ ਵੀ ਆਪਾਂ ਕੋਲੈਟਰਲ ਨਹੀਂ ਰੱਖ ਰਹੇ, ਸਿਰਫ ਔਰ ਸਿਰਫ ਇੱਕ ਭਰੋਸੇ ਦੇ ਦਮ ਤੇ ਕਿ ਉਹਨਾਂ ਨੇ ਦੇਖਿਆ ਕਿ ਹਾਂ ਇਹ ਲੋਕ ਬਹੁਤ ਮਿਹਨਤੀ ਨੇ, ਇਹ ਲੋਕ ਬਹੁਤ ਹੀ ਜ਼ਿਆਦਾ ਆਪਣੇ ਕੰਮ ਨੂੰ ਲੈ ਕੇ ਪਾਗਲ ਨੇ, ਤੇ ਕਿਉਂ ਨਾ ਇਹਨਾਂ ਤੇ ਆਪਾਂ ਕਰ ਦਿੱਤਾ ਜਾਏ। ਔਰ ਸਾਡਾ ਇੱਕੋ ਹੀ ਇੱਕ ਮੋਟਿਵ ਸੀ ਕਿ ਅਸੀਂ ਇਹਨਾਂ ਲੋਕਾਂ ਨੂੰ ਰਿਟਰਨ ਅੱਛੀ ਦੇਣੀ ਹੀ ਦੇਣੀ ਹੈ, ਇਹਨਾਂ ਲੋਕਾਂ ਨੂੰ ਅੱਛਾ ਪ੍ਰੋਫਿਟ ਵਾਪਸ ਕਰਨਾ ਹੀ ਕਰਨਾ। ਔਰ ਜੋ ਕਿ ਅਸੀਂ ਕੀਤਾ। ਅਸੀਂ ਹੁਣ ਇਹੀ ਸਾਈਕਲ ਦੇ ਥਰੂ, ਇਹੀ ਤਰੀਕੇ ਨਾਲ ਅਸੀਂ ਆਪਣੀ ਫੈਕਟਰੀ ਬਣਾਈ ਹੈ, ਅਸੀਂ ਇਹੀ ਤਰੀਕੇ ਨਾਲ ਅਸੀਂ ਆਪਣਾ ਕੰਮ ਐਕਸਪੈਂਡ ਕੀਤਾ ਹੈ। ਕਰਦੇ ਅਸੀਂ ਇੱਕ ਕੰਪਨੀ ਸਟਾਰਟ ਕਰਤੀ ਜਿਹਦਾ ਨਾਮ ਹੈ ਕੌਟਬੀ ਅਪੈਰਲਸ ਪ੍ਰਾਈਵੇਟ ਲਿਮਿਟਿਡ, ਜੋ ਕਿ ਅੱਜ $2 ਮਿਲੀਅਨ ਦੀ ਵੈਲਿਊਏਸ਼ਨ ਤੇ ਹੈ। ਔਰ ਅੱਜ ਆਪਾਂ ਇਸ ਮੁਕਾਮ ਤੱਕ ਪਹੁੰਚ ਗਏ ਹਾਂ ਕਿ ਸਾਡੇ ਕੋਲ 7 ਕੰਟਰੀਜ਼ 'ਚ ਹੁਣ ਸਾਡਾ ਕੰਸਾਈਨਮੈਂਟ ਜਿਹੜਾ ਹੈ ਉਹ ਸਪਲਾਈ ਹੋ ਰਿਹਾ ਹੈ। ਸਾਡੇ 7 ਡਿਫਰੈਂਟ ਕੰਟਰੀਜ਼ ਵਿੱਚ ਸਾਡੇ ਡਿਫਰੈਂਟ ਕਲਾਇੰਟਸ ਨੇ। ਸਾਡੇ ਕੋਲ ਵੱਡੇ ਕਲਾਇੰਟਸ ਨੇ ਜਿਵੇਂ ਕਿ ਉਬਰ ਈਟਸ, ਐਮਾਜ਼ੋਨ, ਸਵਿਗੀ, JP ਮੋਰਗਨ। ਇਹਨਾਂ ਸਾਰੇ ਵੱਡੇ ਕਲਾਇੰਟਸ ਦੇ ਨਾਲ ਸਾਡੇ ਕੰਮ ਚੱਲਦੇ ਨੇ। ਹੁਣ ਰਾਤੋਂ ਰਾਤ ਨਹੀਂ ਹੋਇਆ। ਜਦੋਂ ਸਾਡੇ ਕੋਲ ਇਹ ਸਭ ਇਨਫਰਾ ਡਿਵੈਲਪ ਹੋ ਗਿਆ, ਫਿਰ ਸਾਡਾ ਚੈਲੰਜ ਸੀ ਕਿ ਅੱਛਾ ਅਸੀਂ ਗਰੋ ਕਿੱਦਾਂ ਕਰਨਾ ਹੈ। ਹੋਰ ਉਸ ਦਾ ਸਿਰਫ ਇੱਕੋ ਹੀ ਤਰੀਕਾ ਹੈ, ਪੜ੍ਹਦੇ ਰਹੋ। ਜਿੰਨਾ ਤੁਸੀਂ ਐਕਸਪਲੋਰ ਕਰੋਗੇ ਨਵੀਂ ਚੀਜ਼ਾਂ ਨੂੰ, ਜਿੰਨਾ ਤੁਸੀਂ ਨਵੀਂ ਫੀਲਡਸ ਦੇ ਬਾਰੇ ਪੜ੍ਹੋਗੇ, ਜਿੰਨਾ ਤੁਸੀਂ ਦੇਖੋਗੇ ਕਿ ਤੁਹਾਡੇ ਆਸ-ਪਾਸ ਚੀਜ਼ਾਂ ਕਿੱਦਾਂ ਹੋ ਰਹੀਆਂ ਨੇ, ਤੁਸੀਂ ਸਿੱਖਦੇ ਜਾਓਗੇ ਕਿ ਕਿੱਦਾਂ ਕੰਮ ਨੂੰ ਵਧਾਉਣਾ ਹੈ। ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਪਹਿਲੇ ਦਿਨ ਹੀ ਸਭ ਕੁਝ ਆਉਣਾ ਚਾਹੀਦਾ ਹੈ, ਤੁਹਾਨੂੰ ਪਹਿਲੇ ਦਿਨ ਹੀ ਵਿਦਵਾਨ ਹੋਣ ਦੀ ਲੋੜ ਨਹੀਂ ਹੈ, ਤੁਸੀਂ ਸਭ ਸਿੱਖ ਜਾਓਗੇ ਓਵਰ ਦਾ ਟਾਈਮ। ਲੇਕਿਨ ਇੱਕੋ ਚੀਜ਼ ਜ਼ਰੂਰਤ ਹੈ, ਉਹ ਹੈ ਪਾਗਲਪਨ। ਜੇ ਤੁਹਾਡੇ 'ਚ ਪਾਗਲਪਨ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ, ਤੁਸੀਂ ਕੁਝ ਵੀ ਸਿੱਖ ਸਕਦੇ ਹੋ। ਜੇ ਤੁਹਾਨੂੰ ਇਹ ਲੱਗਦਾ ਕਿ ਦੂਸਰੇ ਬੰਦੇ ਨੂੰ ਤਾਂ ਇਹ ਆਉਂਦਾ ਸੀ, ਦੂਸਰੇ ਬੰਦੇ ਕੋਲ ਤਾਂ ਆਹ ਚੀਜ਼ ਸੀ, ਨਹੀਂ, ਐਦਾਂ ਨਹੀਂ ਹੁੰਦਾ। ਹਰ ਬੰਦੇ ਨੇ ਸਟਰਗਲ ਕੀਤੀ ਹੈ ਤਾਂ ਹੀ ਉਹ ਇੱਕ ਅੱਛੇ ਮੁਕਾਮ ਤੇ ਪਹੁੰਚ ਪਾਇਆ। ਤੇ ਮੈਨੂੰ ਇਹ ਯਕੀਨ ਹੈ ਜੇ ਤੁਸੀਂ ਵੀ ਉਹ ਚੀਜ਼ ਕਰ ਸਕਦੇ ਹੋ ਤੇ ਤੁਸੀਂ ਪੱਕਾ ਉੱਥੇ ਪਹੁੰਚ ਸਕਦੇ ਹੋ। ਮੇਰੇ ਹਿਸਾਬ ਨਾਲ ਸਕਸੈਸ ਲਈ ਸਿਰਫ 3 ਚੀਜ਼ਾਂ ਦੀ ਜ਼ਰੂਰਤ ਹੈ। ਉਹ ਹੈ ਆਪਣਾ ਪੈਸ਼ਨ, ਹਾਰਡਵਰਕ ਔਰ ਪਰਸਿਸਟੈਂਸ ਯਾਨੀ ਦ੍ਰਿੜਤਾ। ਜੇ ਤੁਹਾਡੇ ਕੋਲ ਆਹ ਸਭ ਚੀਜ਼ਾਂ ਹੈਗੀਆਂ ਨੇ, ਜੇ ਤੁਸੀਂ ਇਹ ਤਿੰਨੋਂ ਕੁਆਲਿਟੀਜ਼ ਆਪਣੇ ਅੰਦਰ ਲੈ ਕੇ ਚੱਲ ਰਹੇ ਹੋ, ਮੈਂ ਗਾਰੰਟੀ ਲੈ ਸਕਦਾ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਜੋ ਅਚੀਵ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਹੋਰ ਨਾਲ ਥੋੜਾ ਜਿਹਾ ਜੇ ਤੁਸੀਂ ਪਾਗਲਪਨ ਪਾ ਦੋਗੇ ਤੇ ਤੁਹਾਨੂੰ ਕੋਈ ਰੋਕ ਵੀ ਨਹੀਂ ਸਕਦਾ। ਫਿਰ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।